इकबाल उर्फ बिल्लू भाई, जो रमजान के 30 दिनों की बजाय 33 दिन खाना खिलाते हैं। ईद, टरू मरू 3 दिन भी इनका खाना चलता है। इसके अलावा मुहर्रम हो या फिर रब्बीउल अव्वल, इनका खाना जारी रहता है। खाना बनता है 1200 ਤੋਂ 1300 ਆਦਮੀ ਦਾ। ਗੁੜ ਵਾਲੇ ਚਾਵਲ ਬਣਦੇ ਨੇ, ਕੋਫਤਾ ਬਿਰਿਆਨੀ ਬਣਦੀ ਹੈ ਔਰ ਚਿਕਨ ਬਿਰਿਆਨੀ ਬਣਦੀ ਹੈ। ਸਾਡੇ ਘਰ ਦੇ ਵਿੱਚ ਤਕਰੀਬਨ 400-500 ਆਦਮੀ ਹੁੰਦਾ ਜਿਹੜਾ ਡੇਲੀ ਰੋਟੀ ਲੈ ਕੇ ਜਾਂਦਾ ਹੈ। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम नाजरीन, आपका मेज़बान जैन बाबू आपकी खिदमत में हाजिर है और आप देख रहे हैं उर्दू पॉइंट। नाजरीन, लाहौर के ऐसे शहरी के साथ मौजूद हूँ जो रमज़ान के 30 नहीं बल्कि 33 दिन खाना खिलाते हैं। ईद, टरू मरू 3 दिन भी इनका खाना चलता है। उसकी वजह क्या है, क्या क्या बनाते हैं, कितने लोग यहाँ से खाना खाते हैं और उसके अलावा कितनी लागत में ये खाना बनता है, इन्हीं से जानते हैं। अस्सलाम वालेकुम जी। वालेकुम सलाम बहन जी। ये खाना बनता है 1200 ਤੋਂ 1300 ਆਦਮੀ ਦਾ। ਤੇ ਰੋਟੀ ਜ਼ਿਆਦਾ ਜਿਹੜੀ ਜਾਂਦੀ ਹੈ ਉਹ ਮੇਂ ਹਸਪਤਾਲ ਦੇ ਵਿੱਚ ਜਾਂਦੀ ਹੈ ਪੈਕ ਹੋ ਕੇ। ਉੱਥੇ 500-600 ਡੱਬਾ ਜਾਂਦਾ ਹੈ ਮੇਂ ਹਸਪਤਾਲ ਦੇ ਵਿੱਚ डेली ਦਾ। ਤੇ ਬਾਕੀ ਤਕਰੀਬਨ ਇੱਥੇ इस्तेमाल कर रहे हैं, इसे तकसीम कर रहे हैं रोटी। अच्छा, मुझे ये बताएं बिल्लू भाई, बनाते क्या क्या है और डेली कितनी तादाद में लोग आते हैं? गुड़ वाले चावल बनते हैं, बिरयानी कोफ्ता बिरयानी बनती है और चिकन बिरयानी बनती है। तो डेली ਜਿਹੜੇ ਨੇ ਇੱਥੇ ਸਾਡੇ ਘਰ ਦੇ ਵਿੱਚ ਤਕਰੀਬਨ 400-500 ਆਦਮੀ ਹੁੰਦਾ ਜਿਹੜਾ ਡੇਲੀ ਰੋਟੀ ਲੈ ਕੇ ਜਾਂਦਾ ਹੈ। ਤੇ ਬਾਕੀ ਮੇਂ ਹਸਪਤਾਲ ਜਾਂਦੀ ਹੋਰ ਦੀਗਰ ਮਦਰਸੇ ਨੇ, 2 ਮਦਰਸਿਆਂ ਦੇ ਵਿੱਚ ਰੋਟੀ ਜਾਂਦੀ ਹੈ। उसके अलावा समनाबाद चौक में जो मजदूर बैठे हैं, ਸਮਨਾਬਾਦ ਚੌਂਕ ਦੇ ਵਿੱਚ ਰੋਟੀ ਜਾਂਦੀ ਹੈ। ਤੇ ਬਸ ਜਿੰਦੀ ਕਿਸਮਤ ਦਾ ਦਾਣਾ ਪਾਣੀ ਲਿਖਿਆ ਉੱਥੇ ਤੇ ਜ਼ਰੂਰ ਜਾਏਗਾ ਇੰਸ਼ਾਅੱਲਾ ਤਾਲਾ। ਤੇ ਇਨਸਾਨ ਦੀ ਤੇ ਵਾਸੀ ਕਹਾਣੀ ਨਹੀਂ, ਸਾਰੀ ਪਰਵਰਦੀਗਾਰ ਦਾ ਮਾਮਲਾ ਹੈ। ਤੇ ਪਰਵਰਦੀਗਾਰ ਨੇ ਸਾਨੂੰ ਆਪਣੇ ਕੰਮ ਵਾਸਤੇ ਚੁਣਿਆ ਤੇ ਅਸੀਂ ਕੰਮ ਕਰ ਰਹੇ ਹਾਂ। कैसे मैनेज कर लेते हैं ये सारा कुछ आप? ਸਾਰਾ ਅੱਲਾ ਦੀ ਰਹਿਮਤ ਨਾਲ ਹੁੰਦਾ ਹੈ ਤੇ ਅੱਲਾ ਹੀ ਕਰਦਾ ਹੈ। ਇਨਸਾਨ ਦੇ ਵਾਸਤੇ ਤੇ ਕੋਈ ਗੱਲ ਹੀ ਨਹੀਂ ਹੈਗੀ ਤੇ ਇਨਸਾਨ ਕਰ ਵੀ ਨਹੀਂ ਸਕਦਾ। ਅਗਰ ਕਹਿੰਦੇ ਕਿ ਮੈਂ ਕੀਤਾ ਹੈ ਤੇ ਉਹਦੇ ਹਮਾਕਤ ਵਾਲੀ ਗੱਲ ਹੈ ਔਰ ਬੇਵਕੂਫੀ ਵਾਲੀ ਗੱਲ ਹੈ। ਇਹ ਸਭ ਉਹਦੀ ਦੇਣ ਹੈ, ਉਹੀ ਕਰਦਾ ਹੈ ਤੇ ਉਹੀ ਕਰਵਾਉਂਦਾ है। अच्छा बिल्लू भाई, कभी ऐसा हुआ है कि आपने खाना बनाया हो और मतलब बाहर तकसीम करने के लिए गए हो तो कोई मिला ना हो? ਇਹ ਨਹੀਂ ਹੋ ਸਕਦਾ। ਜਿੰਦੇ ਆਸੇ ਰੱਬ ਪਕਵਾਉਂਦਾ ਹੈ ਤੇ ਉਹ ਖਾਣਾ ਸੇ ਵੀ ਜ਼ਰੂਰ ਆਉਂਦੇ ਨੇ। ਕਦੀ ਹੋਇਆ ਹੀ ਨਹੀਂ ਇਸ ਤਰ੍ਹਾਂ। ਔਰ ਇਨਸ਼ਾਅੱਲਾ ਤਾਲਾ ਜਿੰਨਾ ਜ਼ਿਕਰ ਮੈਨੂੰ 2000 ਤੇ ਕੁਝ 10-11 ਦੇ ਅਸੀਂ ਰੋਟੀ ਪਕਾ ਰਹੇ ਹਾਂ ਤੇ ਅਲਹਮਦੁਲਿਲਾ ਇਹ ਰੋਟੀ ਜਿੰਦੇ ਆਸੇ ਅੱਲਾਹ ਤਾਲਾ ਪਕਾਉਂਦਾ ਹੈ ਉਹ ਖਾਣਾ ਸੇ ਵੀ ਜ਼ਰੂਰ ਆਉਂਦੇ ਨੇ। ਉਹ ਰੋਟੀ ਉਹਨਾਂ ਦੇ ਘਰ ਪਹੁੰਚਦੀ ਵੀ ਜ਼ਰੂਰ है। खाना बना के तकसीम करते हैं तो मतलब दिल को कैसी राहत सी महसूस होती हो? ਉਹ ਦਿਲ ਨੂੰ ਇੰਨਾ ਸਕੂਨ ਮਿਲਦਾ ਹੈ। ਮੈਂ ਤੇ ਹਰ ਮੁਸਲਮਾਨ ਨੂੰ ਇਹ ਗੱਲ ਕਹਾਂਗਾ ਜ਼ਰੂਰ, ਪਰਵਰਦੀਗਾਰ ਨੇ ਅਗਰ ਤੁਹਾਨੂੰ ਹਿੰਮਤ ਤਾਕਤ ਤੌਫੀਕ ਦਿੱਤੀ ਹੈ, ਚਾਹੇ ਇੱਕ ਗਲਾਸ ਪਾਣੀ ਦਾ ਪਿਆਓ ਰਮਜ਼ਾਨੁਲ ਮੁਬਾਰਕ ਦੇ ਵਿੱਚ ਤੇ ਜ਼ਰੂਰ ਪਿਆਣਾ ਚਾਹੀਦਾ ਹੈ। ਔਰ ਹਰ ਘਰ ਦੇ ਵਿੱਚ ਜਿੰਨੀ ਅੱਲਾਹ ਤਾਲਾ ਨੇ ਜਿਹਨੂੰ ਤੌਫੀਕ ਦਿੱਤੀ ਹੈ ਨਾ, ਉਹ ਚਾਹੇ ਇੱਕ ਪਤੀਲੀ ਹਲਵੇ ਦੀ ਪਕਾ ਕੇ ਵੰਡੇ, ਜ਼ਰੂਰ ਵੰਡਣੀ ਚਾਹੀਦੀ ਹੈ, ਜ਼ਰੂਰ ਵੰਡਣੀ ਚਾਹੀਦੀ। ਅੱਲਾਹ ਦੇ ਨਾਲ ਹੈ ਕਿਉਂਕਿ ਦਿੱਤਾ ਅੱਲਾਹ ਨੇ ਤੇ ਅਸੀਂ ਕਿਉਂ ਕਰੀਏ ਸਾਹਬ? ਰੱਬ ਕਹਿੰਦਾ ਨਾ ਮੇਰੇ ਦਿੱਤੇ ਜੋ ਤੂੰ ਦੇਣਾ ਤੇ ਤੇਰਾ ਜਾਂਦਾ ਹੈ ਕੀ। ਅਗਰ ਮੈਂ ਤੈਨੂੰ ਨਾ ਦਿਆਂ ਤੇ ਤੂੰ ਕਰ ਲੇਗਾ ਮੇਰਾ ਕੀ? ਤੂੰ ਨਾ ਕਰ ਸਾਹਬ ਤੇ ਮੈਂ ਦਿਆਂਗਾ ਬੇਸਾਬ। ਇਹ ਰੱਬ ਪਿਆ ਕਹਿੰਦਾ ਤੇ ਅਸੀਂ ਤੇ ਗੱਲ ਰੱਬ ਦੀ ਮੰਨੀ ਹੈ ਨਾ। ਤੇ ਮੇਰੇ ਦੋਸਤੋ, ਜਿਹਨੂੰ ਅੱਲਾ ਨੇ ਤੌਫੀਕ ਦਿੱਤੀ ਜਿੰਨੀ ज़रूर करे। रमज़ानुल मुबारक तो ठीक है, आप रमज़ानुल मुबारक में भी माशाल्लाह अच्छा खासा और अच्छे मिकदार में खाना तकसीम करते हैं और मयार भी अगर देखा जाए तो बहुत अच्छा है, जिसमें कोफ्ता बिरयानी, चिकन बिरयानी, ज़रदा। उसके बाद मज़े वाली बात यह है कि ईद के ऊपर शाही टुकड़े बनाते हैं जो कि स्पेशल बनवाए जाते हैं, कहीं से लाए नहीं जाते, यहीं पर बनवाए जाते हैं। रमज़ानुल मुबारक के अलावा मुहर्रमुल अहराम, उसके अलावा रब्बीउल अव्वल का पूरा महीना 33 दिन इन्होंने गिन के जो वो खाना तकसीम करना होता है। ये 33 दिनों की क्या मतलब कोई कहानी है? रमज़ानुल मुबारक ਦੇ ਨੇ 30 ਦਿਨ। 30 ਦਿਨ ਤੋਂ ਬਾਅਦ ਜਿਸ ਦਿਨ ਈਦ ਹੁੰਦੀ ਨਾ, ਈਦ ਵਾਲੇ ਦਿਨ ਹੋਟਲ ਬੰਦ ਹੁੰਦੇ ਨੇ। ਤੇ ਸਾਡਾ ਮਕਸਦ ਹੈ ਵੇ ਕਿ ਅੱਲਾ ਦਾ ਇੱਕ ਬੰਦਾ ਵੀ ਜਿਹੜਾ ਰਾਜ਼ੀ ਹੋ ਗਿਆ ਨਾ ਤੇ ਸਾਡੇ ਤੋਂ ਮੇਰਾ ਪਾਕ ਪਰਵਰਦੀਗਾਰ ਰਾਜ਼ੀ ਹੋ ਗਿਆ। ਈਦ ਵਾਲੇ ਦਿਨ ਇਸ ਆਸੇ ਰੋਟੀ ਜ਼ਿਆਦਾ ਦੇਈ ਦੀ ਏ ਕਿ ਕੋਈ ਬੰਦਾ ਪਰੇਸ਼ਾਨ ਨਾ ਹੋਵੇ। ਜੋ ਸਾਨੂੰ ਅੱਲਾ ਨੇ ਤੌਫੀਕ ਦਿੱਤੀ ਉਹਦੇ ਮੁਤਾਬਕ ਅਸੀਂ ਰੋਟੀ ਦੇਨੇ ਆ अल्हम्दुलिल्लाह। पाकिस्तान में तो माशाल्लाह आप कर ही रहे हैं, मतलब पहले आप मदीना पाक में जो है वो सफ़रा लगाया करते थे? नहीं सर, मैं उत्थे मदीने मनौरा सफ़र ही मेरे दोस्त लाते सी। उन्हों का नाम सी तलाल साहब। तलाल साहब और काफ़ी होर दीगर ਜਿਹੜੇ ਦੋਸਤ ਨੇ, सूफी अनवर साहब ने, ਉਹ ਸਫਰਾ ਲਾਉਂਦੇ ਸੀ। ਉਹਨਾਂ ਕੋਲੋਂ ਵੇਖ ਕੇ ਇਹ ਅਸੀਂ ਵੱਲ ਸਿੱਖਿਆ, ਉਹਨਾਂ ਕੋਲ ਵੇਖ ਕੇ ਉਹ ਲਾਉਂਦੇ ਸੀ ਤੇ ਅਸੀਂ ਵੀ ਅੱਲਾ ਅੱਗੇ ਦੁਆ ਕੀਤੀ, ਮਦੀਨੇ ਮਨਵਰਾ ਸਰਕਾਰੇ ਮਦੀਨਾ ਸੱਲੱਲਾਹੁ अलैहि वसल्लम ਦੀ ਬਾਰਗਾਹ 'ਚ ਦਰਖਾਸਤ ਪੇਸ਼ ਕੀਤੀ ਕਿ ਪਰਵਰਦੀਗਾਰ ਤੂੰ ਸਾਨੂੰ ਵੀ ਤੌਫੀਕ ਦੇ ਤੇ ਅਸੀਂ ਵੀ ਇਹ ਕੰਮ ਕਰਨੇ ਆ। ਅੱਜ ਅੱਲਾ ਨੇ ਸਾਨੂੰ ਤੌਫੀਕ ਦਿੱਤੀ ਏ ਤੇ तमाम ਸਾਡੇ ਜਿਹੜੇ ਦੋਸਤ ਅਹਿਬਾਬ ਨੇ, तमाम ਜਿਹੜੇ ਜ਼ੀਦੋਕਾਰ ਮੇਰੇ ਨਾਲ ਖੜੇ ਹੁੰਦੇ ਨੇ, ਖੁਦਾ ਦੀ ਜ਼ਾਤ ਉਹਨਾਂ ਨੂੰ ਇਹਦਾ मकाम अल्लाह ही दे सकता है, असी नहीं दे सकते। पहले माशाल्लाह उम्रे का भी काम भी किया करते थे। उम्रे का जिस अल्लाह ताला ने असी तो है नौकर,
ਅੱਲਾਹ ਤਾਲਾ ਨੇ ਪਹਿਲੇ ਡਿਊਟੀ ਲਾਈ ਸੀ 2001 ਤੋਂ ਬੰਦਿਆਂ ਨੂੰ ਉਮਰੇ ਤੇ ਘਲਵਾਉਣਾ। ਉਸ ਵਕਤ ਬੰਦਿਆਂ ਨੂੰ ਉਮਰੇ ਤੇ ਜਾਂਦੇ ਸੀ। ਅੱਲਾਹ ਨੇ ਜਿੰਨੀ ਤੌਫੀਕ ਦਿੱਤੀ ਉਸ ਦੇ ਹਿਸਾਬ ਨਾਲ ਬੰਦੇ ਉਮਰੇ ਤੇ ਜਾਂਦੇ ਰਹੇ। कितने बंदे तकरीबन चले जाते ਕੋਈ ਇਹ ਪਤਾ ਨਹੀਂ, ਸਭ ਅੱਲਾਹ ਨੂੰ ਪਤਾ ਹੈ। ਅੱਲਾਹ ਜਿੰਨੀ ਸਾਨੂੰ ਤੌਫੀਕ ਦਿੰਦਾ ਸੀ ਉਸ ਦੇ ਮੁਤਾਬਕ ਬੰਦੇ ਜਾਂਦੇ ਰਹੇ ਨੇ। ਤੇ ਜਿਸ ਵਕਤ ਉਸ ਤੋਂ ਕੰਮ ਉਧਰ ਤਬਦੀਲ ਹੋ ਗਿਆ ਇੱਧਰ, ਤੇ ਫਿਰ ਇਹ ਸ਼ੁਰੂ ਹੋ ਗਿਆ। अच्छा, हर काम में अल्लाह की रज़ा को बेहतर समझते हैं और समझना भी चाहिए। और मेरा ख्याल है इसी वजह से बिल्लू भाई को जो है वो इतने रंग लगे हुए हैं और अल्लाह पाक की राह में सखावत भी करते हैं। अच्छा, मुझे ये बताएं कि बिल्लू भाई के जो लोग खाना लेकर जाते हैं उनमें से कुछ लोग ज़ाया भी कर देते होंगे। ਦੇਖੋ ਜੀ, ਇਹ ਤੇ ਪਹਿਲੇ ਤੇ ਮੈਂ ਸਮਝਨੇ ਜ਼ਾਇਆ ਹੁੰਦਾ ਹੀ ਨਹੀਂ। ਰਮਜ਼ਾनुल ਮੁਬਾਰਕ ਦਾ ਜਿਹੜਾ ਪੱਕਦਾ ਨਾ ਲੰਗਰ, ਕਿਉਂਕਿ ਲੰਗਰ ਇਹ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਲੰਗਰ ਹੁੰਦਾ ਨਾ, ਲੰਗਰ ਕੋ ਜ਼ਾਇਆ ਨਹੀਂ ਕਰਦਾ ਕਿਸੇ ਵੀ ਸੂਰਤ ਤੇ। ਕੋਈ ਮੇਰਾ ਈਮਾਨ ਹੈ, ਕੋਈ ਵੀ ਬੰਦਾ ਰੋਟੀ ਨੂੰ ਜ਼ਾਇਆ ਨਹੀਂ ਕਰਦਾ ਕਿ ਰੋਟੀ ਬੜੀ ਮੁਸ਼ਕਿਲ ਲੱਭਦੀ ਹੈ ਸਰਕਾਰ। अच्छा, ये जो पकवान आपने जो रखे हुए हैं ये पूरा महीना आपके पास ही रहते हैं? ਜੀ ਪੂਰਾ ਮਹੀਨਾ ਮੇਰੇ ਕੋਲ ਰਹਿੰਦੇ ਨੇ, ਪੂਰਾ ਮਹੀਨਾ ਰੋਟੀ ਇੱਥੇ ਪਕਾਉਂਦੇ ਨੇ। ਈਦ ਤੋਂ 3-4 ਦਿਨ ਬਾਅਦ ਵੀ ਇਹ ਰੋਟੀ ਪੱਕਦੀ ਰਹਿੰਦੀ ਹੈ ਤੇ ਫਿਰ ਇਹ ਫਰਗ ਹੋ ਜਾਂਦੇ ਨੇ। ਫਿਰ ਜਿਉਂ ਹੀ ਯਕਮ ਮੁਹਰਮ ਸ਼ੁਰੂ ਹੋਏਗਾ ਫਿਰ 40 ਮੁਹਰਮ ਦੀ ਰੋਟੀ ਚੱਲਦੀ ਰਹਿੰਦੀ ਹੈ। ਫਿਰ ਰੱਬੀ ਅਵਲ ਸ਼ੁਰੂ ਹੁੰਦਾ ਹੈ ਤੇ ਯਕਮ ਰੱਬੀ ਅਵਲ ਤੋਂ ਲਾ ਕੇ 33 ਦਿਨ ਰੋਟੀ ਚੱਲਦੀ ਹੈ। 30 ਦਿਨ ਰੱਬੀ ਅਵਲ ਦੇ ਹੁੰਦੇ ਨੇ, 3 ਦਿਨ ਅਸੀਂ ਕਹਿੰਦੇ ਸਾਡੀ ਈਦ ਦੇ ਦਿਨ ਹੈਗੇ ਨੇ ਉਹ। ਤੇ ਅਸੀਂ ਅੱਲਾਹ ਕੋਲ ਵੀ ਤੇ ਈਦ ਲੈਣੀ ਨਾ, ਹਰ ਬੰਦੇ ਨੇ ਈਦ ਲੈਣੀ ਹੈ ਤੇ ਹਰ ਬੰਦੇ ਨੇ ਇਨਾਮ ਲੈਣਾ ਹੁੰਦਾ ਹੈ। ਤੇ ਇਹ ਇਨਾਮ ਹੁੰਦਾ ਹੈ ਕਿ ਰੋਟੀ ਜਿਹੜੀ ਨੇ ਵੱਧ ਚੜ ਕੇ ਅਸੀਂ ਅੱਲਾਹ ਦੇ ਜੋ ਤੌਫੀਕ ਦਿੱਤੀ ਉਹਦੇ ਮੁਤਾਬਕ ਅਸੀਂ ਕੰਮ ਕਰੀਦਾ। अच्छा, डेली की रूटीन के मुताबिक सामान लेकर आते हैं या इकट्ठा? माशाल्लाह। ਸਮਾਨ ਅਸੀਂ ਪਹਿਲੇ ਯਕਮ ਰਮਜ਼ਾਨ ਤੋਂ 2-3 ਦਿਨ ਪਹਿਲੇ ਸਮਾਨ ਸਾਰਾ ਅਸੀਂ ਇਕੱਠਾ ਕਰ ਲੈਨੇ ਆ ਤੇ ਬਾਅਦ ਚ ਅਸੀਂ ਫਿਰ ਸ਼ੁਰੂ ਕਰ ਦਿੰਦੇ ਹਾਂ। ਬਾਜ਼ਾਰੋਂ ਕੋਈ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ। और कभी कभार जो है वो बिल्लू भाई की तरफ से नान हलीम भी चलती है। ਜੀ ਨਾਲ ਲੀਮੀ ਚੱਲਦੀ ਏ। ਉਸ ਤੋਂ ਬਾਅਦ ਫਿਰ ਉਹ ਦੂਸਰਾ ਪਲੇਟਾਂ 'ਚ ਉਹਨਾਂ ਦੀ ਡੱਬੀਆਂ 'ਚ ਪਾ ਕੇ ਫਿਰਨੀ ਚੱਲਦੀ ਏ। ਫਿਰਨੀ ਦੇ ਨਾਲ ਉਹ ਦੂਸਰਾ ਜਿਹੜੇ ਨੇ ਆਪਣਾ ਜਿਹੜੇ ਚੱਲਦੇ ਨੇ ਸ਼ਾਹੀ ਟੁਕੜੇ ਈਦ ਵਾਲੇ ਦਿਨ ਚੱਲਦੇ ਨੇ, ਨਾਲ ਫਿਰਨੀ ਚੱਲਦੀ ਏ। ਇਹ ਪੋਜੀਸ਼ਨ ਈਦ ਦੀ ਹੁੰਦੀ ਜੇ। ਈਦ ਤੋਂ ਬਾਅਦ ਦੀ ਔਰ ਈਦ ਦੀ ਇਹ ਪੋਜੀਸ਼ਨ ਹੁੰਦੀ ਹੈ। ਤੇ ਬਾਕੀ ਰਮਜ਼ਾਨ ਮੁਬਾਰਕ ਦੇ ਵਿੱਚ ਇਹ ਰੋਟੀ ਜਿਹੜੀ ਨੇ ਦਾਲ ਰੋਟੀ ਹੋ ਗਈ, ਦਾਲ ਚਾਵਲ ਹੋ ਗਿਆ, ਸਫੈਦ ਚਾਵਲ ਦਾਲ, ਉਹ ਚੱਲਦੇ ਨੇ ਮੁਖਤਲਿਫ ਜੋ ਮਤਲਬ ਜਿਸ ਤਰ੍ਹਾਂ ਅੱਲਾਹ ਤਾਲਾ ਫਰਮਾਉਂਦੇ ਨੇ ਇਹ ਕਰ ਦਿਓ ਅਸੀਂ ਕਰ ਦੇਣਾ। ਅਸੀਂ ਤੇ ਅੱਲਾਹ ਦੇ ਹੁਕਮ ਨਾਲ ਕਰ ਰਹੇ ਹਾਂ ਨਾ। अच्छा बिल्लू भाई, मुझे ये बताएं कि अगर कोई देखने वालों में से आपके साथ तावन करना चाहे, आपके साथ मिलकर ये काम सर अंजाम देना चाहे, तो उनको क्या कहना चाहेंगे? ਦੇਖੋ ਜੀ, ਮੈਂ ਤੇ ਸਭ ਤੋਂ ਬਿਹਤਰ ਇਹ ਗੱਲ ਸਮਝਣਾ ਵਾ, ਅਗਰ ਉਹਨਾਂ ਨੂੰ ਅੱਲਾ ਨੇ ਤੌਫੀਕ ਦਿੱਤੀ ਹੈ ਉਹ ਆਪਣੇ ਘਰ ਦੇ ਵਿੱਚ ਤਕਸੀਮ ਕਰਨ। ਉਹ ਆਪਣੇ ਆਪ ਨੂੰ ਜਿਹੜੀ ਇਹ ਬਹੁਤ ਅੱਛੀ ਆਦਤ ਹੈ, ਬੜਾ ਹੀ ਅੱਛਾ ਕੰਮ ਹੈ ਤੇ ਇਸ ਕੰਮ ਨੂੰ ਜ਼ਰੂਰ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਤੇ ਬਿਹਤਰ ਇਹ ਗੱਲ ਹੈ ਕਿ ਉਹ ਆਪਣੇ ਘਰ ਪਹਿਲੇ ਕਰਨ। ਅਗਰ ਅੱਲਾ ਨੇ ਉਹਨਾਂ ਨੂੰ ਤੌਫੀਕ ਦਿੱਤੀ ਤੇ ਆਪਣੇ ਘਰ ਕਰਨ, ਤੇ ਅੱਲਾ ਨੇ ਸਾਨੂੰ ਤੌਫੀਕ ਦਿੱਤੀ ਹੈ, तमाम ਸਾਡੇ ਦੋਸਤਾਂ ਨੂੰ ਤੌਫੀਕ ਦਿੱਤੀ ਹੈ ਤੇ ਅਸੀਂ ਕਰ ਰਹੇ ਹਾਂ। आप अकेले कर रहे हैं या दोस्त मिलकर? ਇਹ ਮੇਰੇ ਕਜ਼ਨ ਨੇ ਨਾਲ, ਮੇਰੇ ਜਿਹੜੇ ਨਾਲ ਕਰ ਰਹੇ ਨੇ, ਮੇਰੇ ਭਤੀਜੇ ਨੇ ਸਾਰੇ ਜਿਹੜੇ ਮੇਰੇ ਨਾਲ ਰਲ ਕੇ ਕੰਮ ਕਰ ਰਹੇ ਨੇ। ਤੇ ਬਾਹਰ ਦਾ ਕੋਈ ਫਰਜ਼ ਨਹੀਂ, ਬਾਹਰ ਦਾ ਕੋਈ ਫਰਜ਼ ਨਹੀਂ। ਅਸੀਂ ਆਪਸ ਵਿੱਚ कज़न और भतीजे ने करने वाले। अल्लाह के हुक्म से आप भी अपने मालिक को राज़ी करने के लिए सखावत कीजिए। आपने जितना अगर अल्लाह पाक ने आपको नवाजा हुआ है उसमें से थोड़ा थोड़ा निकाल कर गरीबों तक पहुँचाइए। अपने मेज़बान जैन बाबू को दीजिए इजाज़त। देखते रहिए उर्दू पॉइंट। अल्लाह निगहबान।